पुलिस वालों लगातार इन्वेस्टिगेशन की जा रही है, लेकिन हुण पुलिस वालों कई सवाल ने कि आखिर इसकी शुरुआत क्यों हुई, क्योंकि जिस तरह की चीज़ा हुई सी बिल्कुल सिंपल तरीके नाल चल रहा सी, बिल्कुल नॉर्मल तरीके नाल चल रहा सी, लेकिन काली माता के मंदिर के आगे अचानक की होया कि एक दूजे ते पथराव होया, एक दूजे ते तुसीं भड़के, ये सारी चीज़ों को लैके हुण इन्वेस्टिगेशन की जा रही। साडे नाल मोहित अग्रवाल जी ने सीनियर ऑफिसर। सर, तुसीं सवेर तो लैके हुण तक की जे आपां गल करिए, तुसीं लगातार सारे ऑपरेशन शामिल सी, सिचुएशन क्यों हुई जिद्दां तुसीं कहा कि खालसा नूं लैके अगेंस्ट प्रोटेस्ट भी करना सी? हालांकि ये भी दस्सिया जा रहा है कि ਜਿਹੜੇ सिख संगठन ने ऑर्गेनाइजेशन ने उन्होंने वालों पहले भी कहा गया ਸੀਗਾ कि जे तुसीं करदे हो इस तरह की चीज़ां तो तुहाडे खिलाफ नारेबाजी की जाएगी, ये भी चीज़ां सी ਇਹਦੇ ਵਿੱਚ ਸੀਗਾ ਜੀ। ਇੱਕ ਜਿਹੜੀ ਆਪਣੀ ਹਿੰਦੂ ਜਥੇਬੰਦੀ ਸੀਗੀ, ਜਿਹੜੀ ਆਪਣੇ ਆਪ ਸ਼ਿਵ ਸੈਨਾ ਦਾ ਜਿਹੜਾ ਹੈ ਹਰੀਸ਼ ਸਿੰਘਲਾ ਵੱਲੋਂ ਕਾਲ ਦਿੱਤਾ ਗਿਆ ਸੀਗਾ ਕਿ ਅਸੀਂ ਇਹ ਇੱਕ ਮਾਰਚ ਕੱਢਾਂਗੇ। ਉਸ ਮਾਰਚ ਨੂੰ ਲੈ ਕੇ ਉਹਨਾਂ ਨੇ ਪਰਮਿਸ਼ਨ ਅਪਲਾਈ ਕੀਤੀ ਸੀਗੀ ਜੋ ਡਿਨਾਈ ਹੋ ਗਈ ਸੀ। ਲਾਅ ਐਂਡ ਆਰਡਰ ਨੂੰ ਤੇ ਸ਼ਹਿਰ ਦੇ ਪੀਸ ਨੂੰ ਦੇਖਦੇ ਹੋਏ ਉਹ ਡਿਨਾਈ ਕਰ ਦਿੱਤੀ ਗਈ ਸੀ। ਇਸ ਦੇ ਸੰਬੰਧ ਦੇ ਵਿੱਚ ਕੁਝ ਸਿੱਖ ਆਰਗੇਨਾਈਜੇਸ਼ਨਸ ਨੇ ਆਪਣਾ ਇਹਦੇ ਉੱਤੇ ਜਿਹੜਾ ਹੈ ਆਪੱਤੀ ਜ਼ਾਹਰ ਕੀਤੀ ਸੀਗੀ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਵੀ ਦੱਸਤਾ ਸੀਗਾ ਕਿ ਇਹ ਜਿਹੜੀ ਹੈਗੀ ਹੈ ਇਹਨੂੰ ਅਸੀਂ ਡਿਨਾਈ ਕਰ ਚੁੱਕੇ ਹਾਂ। ਇਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਸਿੱਖ ਸੰਗਠਨ ਨੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਪ੍ਰੋਟੈਸਟ ਦੇ ਲਈ ਅਲੱਗ-ਅਲੱਗ ਜਗ੍ਹਾ ਇਕੱਠੇ ਹੋਏ, ਜਿਸ ਤਰ੍ਹਾਂ ਮਿਨੀ ਸੈਕਟਰੀਏਟ ਦੇ ਕੋਲ ਇਕੱਠੇ ਹੋਏ। ਕੁਝ ਲੋਕ ਜਿਹੜੇ ਹੈਗੇ ਸੀਗੇ ਉਹ ਆਪਣਾ ਗੁਰਦੁਆਰਾ ਦੁਖਨਿਵੰਦ ਸਾਹਿਬ ਦੇ ਵਿੱਚ ਇਕੱਠੇ ਹੋਏ। ਤੁਸੀਂ ਵੀ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਸੀ? मेरी सब डिवीज़न ਦੇ ਵਿੱਚ मिनी सैकटरीएट ਤੇ ਗੁਰਦੁਆਰਾ ਸਾਹਿਬ ਦੋਨੋਂ ਫਾਲ ਕਰਦੇ ਨੇ ਜੀ। तो आई वाज मतलब देयर ओनली, तो दोनों जगह ਦੇ ਉੱਤੇ ਸੀਗਾ। ਉਹਨਾਂ ਦੇ ਵਿੱਚੋਂ ਕੁਝ ਨੇ ਮਾਰਚ ਵੀ ਕੱਢਣਾ ਚਾਹਿਆ, ਅਸੀਂ ਉਹਨਾਂ ਨੂੰ ਸਮਝਾ ਦਿੱਤਾ ਸੀਗਾ ਕਿ ਤੁਸੀਂ ਵੀ ਨਾ ਮਾਰਚ ਕੱਢੋ ਕਿਉਂਕਿ ਅਸੀਂ ਉਧਰ ਵੀ ਡਿਨਾਈ ਕਰ ਚੁੱਕੇ ਹਾਂ। ਤਾਂ ਉਹ ਸਮਝ ਕੇ ਇੱਕ ਵਾਰ ਅੰਦਰ ਚਲੇ ਗਏ, ਦੁਖਨਿਵਾਰਨ ਸਾਹਿਬ ਦੇ ਵਿੱਚ ਬੈਠ ਗਏ ਸੀਗੇ। ਬਟ ਫਿਰ ਸਡਨਲੀ ਉਹਨਾਂ ਨੂੰ ਇੱਕ ਜੋ ਰਿਊਮਰ ਫੈਲਿਆ, ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਕਿਸੇ ਪੱਤਰਕਾਰ ਨੇ, ਜੋ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਦੂਸਰੀ ਆਰਗੇਨਾਈਜੇਸ਼ਨ ਨੇ ਜੋ ਹਰੀਸ਼ ਸਿੰਘਲਾ ਦੀ ਸੀਗੀ, ਉਹਨਾਂ ਨੇ ਜਿਹੜਾ ਹੈਗਾ ਮਾਰਚ ਕੱਢ ਰਹੇ ਨੇ। ਜਦੋਂ ਉਹਨਾਂ ਨੇ ਇਸ ਚੀਜ਼ ਤੇ ਇੱਕਦਮ ਪ੍ਰਵੋਕ ਹੋ ਕੇ ਉਹ ਗੁਰਦੁਆਰਾ ਸਾਹਿਬ ਤੋਂ ਮਤਲਬ ਕਿ ਉੱਥੋਂ ਭੱਜ ਕੇ ਇਧਰਲੀ ਤਰਫ ਜਿੱਧਰ ਉਹਨਾਂ ਨੂੰ ਅੰਦੇਸ਼ਾ ਹੋਇਆ ਸੀ ਵੀ ਕਾਲੀ ਮਾਤਾ ਦੇ ਮੰਦਿਰ ਸਾਈਡ ਇਕੱਠੇ ਹੋ ਰਹੇ ਨੇ, ਉਧਰ ਭੱਜ ਲਏ। ਰਸਤੇ ਦੇ ਵਿੱਚ ਅਸੀਂ ਵੀ ਨਾਲ ਉਹਨਾਂ ਦੇ ਭੱਜੇ, ਉਹਨਾਂ ਦੇ ਨਾਲ ਹੀ ਰਨਿੰਗ ਕਰਦੇ ਆਏ। ਉਹਨਾਂ ਨੂੰ ਸਮਝਾ ਰਹੇ ਸੀਗੇ ਕਿ ਇਹ ਬਿਲਕੁਲ ਰਿਊਮਰ ਹੈ, ਹਜੇ ਤੱਕ ਪਹਿਲੀ ਗੱਲ ਤਾਂ ਅਸੀਂ ਡਿਨਾਈ ਕਰ ਚੁੱਕੇ ਹਾਂ ਪਰਮਿਸ਼ਨ। ਸੈਕੰਡਲੀ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਜਿੱਥੇ ਪ੍ਰੋਟੈਸਟ ਸਾਈਟ ਸੀ ਉੱਥੇ ਇਕੱਠੇ ਨਹੀਂ ਹੋਏ ਹੈ। ਇੱਥੇ ਮੌਜੂਦ ਸੀਗੇ ਵੈਸੇ ਸਰ? ਕੋਈ ਵੀ ਨਹੀਂ ਸੀਗਾ ਜੀ। ਉਹ ਅਸੀਂ ਉਹਨਾਂ ਨੂੰ ਇਹ ਕਿੰਨੇ ਵਜੇ ਦੀ ਗੱਲ ਹੈ ਸਰ? ਇਹ 10:30 ਪੌਣੇ 11 ਦੀ ਗੱਲ ਹੈ ਜੀ। ਉਸ ਟਾਈਮ ਦੇ ਉੱਤੇ ਉਹ ਕਹਿੰਦੇ ਸੀਗੇ ਕਿ ਉੱਥੇ ਇਕੱਠੇ ਹੋ ਗਏ ਨੇ। ਉਹਨਾਂ ਨੂੰ ਇਹ ਅਸੀਂ ਕਲੀਅਰ ਕਰਤਾ ਕਿ ਹਜੇ ਤੱਕ ਉਹਨਾਂ ਦਾ ਕੋਈ ਇਕੱਠ ਨਹੀਂ ਹੋਇਆ ਹੈਗਾ। ਤੇ ਬਟ ਉਹ ਇੱਕ ਰਿਊਮਰ ਸੀਗਾ ਜਿਹਦੇ ਵਿੱਚ ਉਹ ਭੱਜ ਲਏ। ਉੱਥੋਂ ਭੱਜ ਕੇ ਜਦੋਂ ਇੱਥੇ ਆਏ ਨੇ ਤਾਂ ਅਸੀਂ ਰਸਤੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਟਾਪ ਕੀਤਾ ਉਹਨਾਂ ਨੂੰ। ਅਲੱਗ-ਅਲੱਗ ਜਗ੍ਹਾ ਤੇ ਸਾਡੀ ਬੈਰੀਕੇਡਿੰਗ ਸੀਗੀ, ਬਟ ਫਿਰ ਵੀ ਕੋਈ ਸਾਈਡ ਤੋਂ ਕਿੰਨੇ ਬੰਦੇ ਹੋਣੇ ਟੋਟਲ ਸਰ? ਉਰੇ ਜਿਹੜੇ ਬੰਦੇ ਪਹਿਲਾਂ ਭੱਜ ਕੇ ਆਏ ਤਕਰੀਬਨ 30-40 ਦੇ ਕਰੀਬ, 40 ਤੋਂ 50 ਦੇ ਬੰਦੇ ਕਰੀਬ ਉਰੇ ਆ ਗਏ ਸੀਗੇ ਰਨਿੰਗ ਕਰਦੇ। ਤਾਂ ਮੈਂ ਰਨਿੰਗ ਕਰਦਾ ਉਹਨਾਂ ਦੇ ਨਾਲ ਇੱਥੇ ਆ ਗਿਆ ਸੀਗਾ। ਤਾਂ ਉਰੇ ਰਨਿੰਗ ਕਰਕੇ ਆ ਕੇ ਜਦੋਂ ਉਹਨਾਂ ਨੂੰ ਰੋਕਿਆ, ਅਸੀਂ ਲਗਾਤਾਰ ਰੋਕਦੇ ਆ ਰਹੇ ਸੀਗੇ, ਬਟ ਜਦੋਂ ਉਹਨਾਂ ਨੇ ਸਾਹਮਣੇ ਦੇਖਿਆ ਕਿ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਬਿਲਕੁਲ ਰੋਡ ਖਾਲੀ ਹੈ, ਕੋਈ ਵੀ ਨਹੀਂ ਹੈ, ਤਾਂ ਉਹ ਵੀ ਇੱਕਦਮ ਹੈਰਾਨ ਹੋ ਗਏ। ਤਾਂ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਵੀ ਇੱਥੇ ਕੋਈ ਨਹੀਂ ਹੈ। ਤਾਂ ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਰਿਊਮਰ ਸੀਗਾ, ਤੇ ਹੁਣ ਜਿਸ ਵੀ ਬੰਦੇ ਨੇ ਰਿਊਮਰ ਫੈਲਾਇਆ ਹੈ ਉਹ ਤੁਹਾਡੀ ਵੀ ਪਿਕਚਰ ਦਿਖਾ ਕੇ ਹੁਣ ਅਗਲਾ ਰਿਊਮਰ ਇਹ ਚੱਲੇਗਾ ਕਿ ਤੁਸੀਂ ਇੱਧਰ ਅਟੈਕ ਲਈ ਆ ਗਏ ਹੋ। ਤਾਂ ਇਸ ਦੇ ਲਈ ਆਪਾਂ ਇਸ ਚੀਜ਼ ਨੂੰ ਅਵੋਇਡ ਕਰਕੇ ਆਪਾਂ ਵਾਪਸ ਚੱਲੀਏ। ਤਾਂ ਉਹਨਾਂ ਨੂੰ ਅੱਧਾ ਘੰਟਾ ਸਾਨੂੰ ਲੱਗਿਆ ਕਨਵਿੰਸ ਕਰਨ ਤੋਂ ਬਾਅਦ ਮੈਂ ਵਾਪਸ ਲੈ ਗਿਆ ਉਹਨਾਂ ਨੂੰ। ਪਿੱਛੇ ਲੀਲਾ ਭਵਨ, ਇਹ ਸਾਰੇ ਲੀਲਾ ਭਵਨ ਚੌਂਕ ਦੇ ਵਿੱਚ ਬਾਕੀ ਆਰਗੇਨਾਈਜੇਸ਼ਨਸ ਇਕੱਠੀਆਂ ਹੋ ਗਈਆਂ ਸੀਗੀਆਂ, ਉੱਧਰ ਹੀ ਅਸੀਂ ਲੈ ਕੇ ਇਹਨਾਂ ਨੂੰ ਚਲੇ ਗਏ। ਮੀਨਵਾਈਲ ਕੁਝ ਜਿਹੜੇ ਮੰਦਿਰ ਦੇ ਹੋਣਗੇ ਉਰੇ, ਜਿਹੜੇ ਜਿੰਨੇ ਵੀ ਸ਼ਰਧਾਲੂ ਸੀਗੇ ਜਾਂ ਜੋ ਵੀ ਸੀਗੇ ਉਰੇ ਸੰਗਠਨ ਵਾਲੇ, ਉਹਨਾਂ ਨੂੰ ਜਿਸ ਤਰ੍ਹਾਂ ਪਤਾ ਲੱਗਿਆ ਹੋਣਾ ਹੈ ਉਹ ਮੰਦਿਰ ਕੋਲ ਇਕੱਠੇ ਹੋਏ। ਉਸ ਤੋਂ ਬਾਅਦ ਇਹ ਸਾਰਾ ਚੀਜ਼ ਹੋਣ ਤੋਂ ਅੱਧਾ ਪੌਣਾ ਘੰਟਾ ਬਾਅਦ ਲੇਕਿਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਰ ਹਿੰਦੂ ਸੰਗਠਨ ਇੱਥੇ ਜਮ੍ਹਾਂ ਹੋ ਰਿਹਾ ਸੀਗਾ, ਇੱਥੇ ਹੋ ਰਿਹਾ ਸੀ? ਨਹੀਂ ਜੀ, ਜਦੋਂ ਅਸੀਂ ਆਏ ਆ ਉਸ ਟਾਈਮ ਉਹ ਸਾਰੇ ਉਰੇ ਆਏ ਨੇ, 50 ਤੋਂ 60 ਬੰਦੇ ਆਏ ਨੇ। ਤੁਸੀਂ ਪੁੱਛ ਵੀ ਸਕਦੇ ਹੋ ਉਹਨਾਂ ਨੂੰ, ਜਿਹੜੇ ਉਹਨਾਂ ਦੇ ਲੀਡਰ ਉਰੇ ਆਏ ਸੀਗੇ। ਉਸ ਟਾਈਮ ਉਰੇ ਕੋਈ ਵੀ ਨਹੀਂ ਸੀਗਾ। ਅੱਧਾ ਘੰਟਾ ਵੇਟ ਕੀਤੀ ਹੈ। ਉਸ ਟਾਈਮ ਮੈਂ ਉਹਨਾਂ ਨੂੰ ਸਮਝਾ ਰਿਹਾ ਸੀਗਾ ਕਿ ਜੇ ਆਪਾਂ ਜ਼ਿਆਦਾ ਦੇਰ ਰੁਕਾਂਗੇ ਤਾਂ ਨੈਚੁਰਲੀ ਤੁਹਾਨੂੰ ਦੇਖ ਕੇ ਜ਼ਰੂਰ ਇੱਥੇ ਲੋਕਾਂ ਨੇ ਆ ਜਾਣਾ, ਕਿਉਂਕਿ ਵੀ ਮੰਦਿਰ ਦੇ ਬਾਹਰ ਕੋਈ ਬੰਦੇ ਜਿਹੜੇ ਹੈਗੇ ਨੇ ਰਿਲੀਜੀਅਸ ਇਸ਼ੂ ਕਿਉਂ ਬਣ ਰਹੇ ਆ। ਯਾਨੀ ਸਰ ਦੁਬਾਰਾ ਤੋਂ ਹੀ ਵਿਵਾਦ ਹੋਇਆ? ਦੁਬਾਰਾ ਤੋਂ ਬਾਅਦ ਅਸੀਂ ਉਹਨਾਂ ਨੂੰ ਲੈ ਗਏ ਸੀਗੇ। ਉਸ ਤੋਂ ਬਾਅਦ ਇੱਕ ਹੋਰ ਜਿਹੜੇ ਸੰਗਠਨ ਦੇ, ਸਿੱਖ ਸੰਗਠਨ ਦੇ ਕੁਝ ਬੰਦੇ ਉਰੇ ਆਉਂਦੇ ਨੇ, ਮਾਰਚ ਕੱਢਦੇ ਨੇ ਆਪਣਾ। ਉਹ ਸਾਨੂੰ ਵੀ ਅਵੇਅਰਨੈਸ ਨਹੀਂ ਸੀਗੀ ਵੀ ਉਹ ਕਿਸ ਸਾਈਡ ਤੋਂ ਆ ਗਏ ਨੇ, ਕਿਉਂਕਿ ਅਸੀਂ ਤਾਂ ਸਾਰਿਆਂ ਨੂੰ ਲੈ ਕੇ ਵਾਪਸ ਚਲੇ ਗਏ ਸੀਗੇ। ਉਹ ਇੱਧਰ ਆਉਂਦੇ ਨੇ, ਮੀਨਵਾਈਲ ਉਹ ਮੰਦਿਰ ਦੇ ਕੁਝ ਅਹੁਦੇਦਾਰ ਬਾਹਰ ਆ ਜਾਂਦੇ ਨੇ, ਜਾਂ ਫਿਰ ਇੱਥੋਂ ਦੇ ਜਿਹੜੇ ਹਿੰਦੂ ਸੰਗਠਨ ਵਾਲੇ, ਉਹਨਾਂ ਦੇ ਵਿੱਚ ਫਿਰ ਉਦੋਂ ਕਲੈਸ਼ ਹੋ ਜਾਂਦਾ। ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਦਾ ਇੰਟੈਲੀਜੈਂਸ ਜਿਹੜਾ ਉਹ ਫੇਲੀਅਰ ਹੈ ਜਾਂ CID ਫੇਲੀਅਰ? ਨਹੀਂ ਜੀ, ਸਾਨੂੰ ਜਿੰਨੀ ਵੀ ਇੰਟੀਮੇਸ਼ਨ ਸੀਗੀ ਸਾਡੇ ਕੋਲ ਲੈਟਰਸ ਵੀ ਆਏ ਨੇ। ਜਿੰਨੀਆਂ ਪਟਿਆਲੇ ਦੀਆਂ ਸਿੱਖ ਆਰਗੇਨਾਈਜੇਸ਼ਨ ਸੀਗੀਆਂ ਉਹ ਸਾਰੀਆਂ ਨੇ ਪੀਸਫੁਲੀ ਆਪਣਾ ਗੁਰਦੁਆਰਾ ਸਾਹਿਬ ਜਾਂ ਮਿਨੀ ਸੈਕਟਰੀਏਟ ਬੈਠੇ ਰਹੇ ਨੇ। ਉਹ ਇਹ ਜਿਹੜੀਆਂ ਕੁਝ ਆਰਗੇਨਾਈਜੇਸ਼ਨਸ ਨੇ ਜੋ ਸਾਡੀ ਨੋਟਿਸ ਦੇ ਵਿੱਚ ਸ਼ਾਇਦ ਆ ਰਿਹਾ, ਮਤਲਬ ਆਈ ਐਮ ਨਾਟ ਸ਼ੋਰ, ਉਹ ਅਲੱਗ-ਅਲੱਗ ਥਾਵਾਂ ਤੋਂ ਅਨਇਨਫੋਰਮਡ ਸਾਨੂੰ ਆਏ ਨੇ।
ਸਾਡੇ ਨਾਲ ਕੋਈ ਲਾਇਸੈਂਸ ਨਹੀਂ ਸੀਗਾ, ਕੋਈ ਪਰਮਿਸ਼ਨ ਨਹੀਂ ਸੀਗੀ ਇਸ ਚੀਜ਼ ਦੀ। ਉਹ ਬੰਦੇ ਸਡਨਲੀ ਕਿਸੇ ਪਾਸਿਓਂ ਆ ਕੇ ਇਹ ਸਾਰੀ ਚੀਜ਼ ਹੋਈ ਹੈ। ਲਾਅ ਐਂਡ ਆਰਡਰ ਨੂੰ ਆਪਣੇ ਹੱਥਾਂ 'ਚ ਲਿੱਤਾ, ਜਿੱਦਾਂ ਤਲਵਾਰਾਂ ਲੈ ਕੇ ਜਾਂ ਗੰਡਾਸੇ ਲੈ ਕੇ, ਇਸ ਤਰ੍ਹਾਂ ਦੀ ਚੀਜ਼ਾਂ ਸਾਰੀ ਵਿਜ਼ੂਅਲ 'ਚ ਦਿਖ ਰਹੀ ਹੈ। ਜੀ ਜੀ, ਇਹ ਤਾਂ ਸਾਰੀ ਚੀਜ਼ਾਂ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਜਾਂ ਬਿਲਕੁਲ maintain ਕਰਨਾ। ਬਿਲਕੁਲ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਇਹਦੇ ਰਿਗਾਰਡਿੰਗ ਜੀ ਜੋ ਹੈ ਸਾਰਾ ਅਸੀਂ ਸਾਰਾ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਹਾਂ। ਉਸ ਅਕੋਰਡਿੰਗਲੀ ਜੋ ਵੀ ਸਟੈਪ ਬਣਦਾ ਹੋਏਗਾ ਉਹ ਲਿੱਤਾ ਜਾਏਗਾ। ਮੂਵੀ ਜੀ ਜਿੱਦਾਂ ਵਿਜ਼ੂਅਲ 'ਚ ਦਿਖ ਰਿਹਾ ਹੈ ਕਿ ਹਵਾਈ ਫਾਇਰਿੰਗ ਕਰ ਰਹੇ ਹਨ, ਨਾਲ ਸਾਰੇ ਸਿੱਖ ਖੜੇ ਹੈ, ਕਿਸ ਤਰ੍ਹਾਂ ਦਾ ਕੋਈ ਡਰ ਨਹੀਂ ਲੱਗ ਰਿਹਾ ਉਹਨਾਂ ਨੂੰ ਕਿ ਉਹ ਜਿੱਦਾਂ ਸਿਰਫ ਨਾਰਮਲੀ ਬਿਹੇਵ ਕਰੇ? ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਿਸ ਸ਼ੋਅ ਕੀ ਕਰਨਾ ਚਾਹੁੰਦੇ ਸੀ? ਬੇਸਿਕਲੀ ਇਹ ਹੈ ਜੀ ਕਿ ਅਸੀਂ ਜੋ ਫਾਇਰਿੰਗ ਕਰ ਰਹੇ ਕੀਤੀ ਹੈ ਉਰੇ ਜੋ ਹੋਈ ਹੈ ਪੁਲਿਸ ਵੱਲੋਂ, ਤਾਂ ਉਹ ਬੇਸਿਕਲੀ ਜਦੋਂ ਮਾਹੌਲ ਬਹੁਤ ਜ਼ਿਆਦਾ ਟੈਂਸ ਹੋ ਗਿਆ, ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਜੇ, ਤਾਂ ਅਸੀਂ ਉਸ ਟਾਈਮ ਫਾਇਰਿੰਗ ਕੀਤੀ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੁਝ ਬੰਦਿਆਂ ਨੇ ਉਸ ਚੀਜ਼ ਦਾ ਨਹੀਂ ਫਰਕ ਪਿਆ, ਠੀਕ ਹੈ, ਉਹ ਕੁਝ ਲੋਕ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦੇ ਇਨਫਲੂਐਂਸ 'ਚ ਸੀਗੇ ਜਾਂ ਕੀ ਸੀਗਾ, ਸਾਨੂੰ ਨਹੀਂ ਪਤਾ ਕੀ ਮਸਲਾ ਸੀਗਾ ਉਸ ਟਾਈਮ। ਬਟ ਅਦਰਵਾਈਜ਼ ਸਾਰਾ ਕਰਾਊਡ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਸੀਗਾ ਤੇ ਪੀਸਫੁਲੀ ਉਰੋਂ ਅਸੀਂ ਉਹਨਾਂ ਨੂੰ ਲੈ ਗਏ ਸੀ। ਸਰ ਕਿੰਨੇ ਪੁਲਿਸ ਵਾਲੇ ਇੰਜਰਡ ਹੋਏ ਨੇ? ਮੇਰੇ ਇੱਕ ਐਸਐਚਓ ਨੇ ਜੀ ਤੇ ਐਸਐਚਓ ਤ੍ਰਿਪੜੀ, ਸਬ ਇੰਸਪੈਕਟਰ ਕਰਮਵੀਰ, ਉਹਨਾਂ ਦਾ ਹੱਥ ਜ਼ਰੂਰ ਇੰਜਰਡ ਹੋਇਆ, ਉਹ ਹੱਥ ਤੇ ਪੈਰ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ, ਉਹ ਰਜਿੰਦਰਾ ਹਸਪੀਟਲ ਐਡਮਿਟ ਨੇ। ਉਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਮੈਂ ਕਲੀਅਰਲੀ ਨਹੀਂ ਦੱਸ ਸਕਦਾ ਤੁਹਾਨੂੰ ਸਾਡੇ ਹੋਰ ਕਿਹੜੇ ਪੁਲਿਸ ਕਰਮੀ ਇੰਜਰਡ ਨੇ, ਕਿਉਂਕਿ ਉਹ ਮੇਰੇ ਨਾਲ ਹੀ ਚੱਲ ਰਹੇ ਸੀਗੇ, ਉਹਨਾਂ ਦਾ ਉਸ ਟਾਈਮ ਇੰਜਰਡ ਹੋਇਆ। ਹੁਣ ਸਿਚੁਏਸ਼ਨ ਕੀ ਹੈ? ਹੁਣ ਸਿਚੁਏਸ਼ਨ ਹੈ ਜਿਹੜੀ ਜੀ ਪੀਸਫੁਲ ਹੈ। ਸਾਰੀ ਦੋਨੋਂ ਸੰਗਠਨਾਂ ਨਾਲ ਗੱਲਬਾਤ ਹੋਈ ਹੈ। ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਜਿਸ ਦੇ ਉੱਤੇ ਵੀ ਜੋ ਵੀ ਸੱਟ ਲੱਗੀ ਹੈ, ਜਿਸ ਦੀ ਜੋ ਵੀ ਐਡਮਿਟ ਹੈ, ਉਸ ਮੈਡੀਕਲ ਰਿਪੋਰਟ ਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ। ਜਿਹਦਾ ਕੋਈ ਮਾਮਲਾ ਦਰਜ ਹੋਇਆ ਸਰ ਕਿਸੇ ਤਰ੍ਹਾਂ? ਤਾਂ ਐਸਪੀ ਨੇ ਪਟਿਆਲਾ ਦੇ ਜਿਨ੍ਹਾਂ ਨੇ ਪੂਰੀ ਜਿਹੜੀ ਕਹਾਣੀ ਹੈ ਉਹ ਬਿਆਨ ਕੀਤੀ ਹੈ, ਸਾਰਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਇਹ ਪੂਰਾ ਘਟਨਾਕ੍ਰਮ ਵਾਪਰਿਆ। ਕੋਸ਼ਿਸ਼ ਜ਼ਰੂਰ ਕੀਤੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਰੋਕਣ ਦੀ, ਪਰ ਮਾਹੌਲ ਐਸਾ ਬਣ ਗਿਆ ਕਿ ਇਹ ਘਟਨਾ ਘਟ ਗਈ।